ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਸਤਵੰਤ ਕੌਰ ਦਾ ਤੀਸਰਾ ਕਾਂਡ। ਫਾਤਮਾ ਨੇ ਮੁੱਦਤ ਤੀਕ ਪਤੀ ਦੀਆਂ ਅਨੀਤੀਆਂ ਦਾ ਦੁੱਖ ਸਹਾਰਿਆ, ਪਰ ਇੱਕ ਦਿਨ ਇਸਨੇ ਕਾਬਲ ਦੀ ਪਟਰਾਣੀ ਨੂੰ ਮਿਲ ਕੇ ਅਮੀਰ ਕਾਬਲ ਦੇ ਕੰਨਾਂ ਤੀਕ ਪਤੀ ਦੇ ਬੁਰੀ ਕੰਮਾਂ ਦੀ ਖਬਰ ਪਹੁੰਚਾਈ। ਅਮੀਰ ਨੇ ਉਸਨੂੰ ਬੁਲਾ ਕੇ ਕਰੜੀ ਝਾੜ ਪਾਈ। ਝਾੜ ਖਾ ਕੇ ਸਿੱਧੇ ਹੋਣ ਦੀ ਥਾਂ ਖਾਨ ਸਾਹਿਬ ਨੂੰ ਇਸ ਗੱਲ ਦੀ ਖੋਜ ਦੀ ਧੁਨ ਸਮਾਈ ਕਿ ਅਮੀਰ ਸਾਹਿਬ ਦੇ ਕੰਨਾਂ ਤੀਕ ਖਬਰ ਪਹੁੰਚਾਉਣ ਵਾਲੇ ਦਾ ਥੋ ਕੱਢਾਂ, ਸੋ ਅੰਤ ਉਸਨੂੰ ਪਤਾ ਮਿਲ ਗਿਆ ਕਿ ਇਹ ਮੇਰੀ ਵਹੁਟੀ ਦਾ ਹੀ ਘਾਰਾ ਹੈ। ਇਹ ਖਬਰ ਪਾ ਕੇ ਇੱਕ ਦਿਨ ਰਾਤ ਵੇਲੇ ਨਸ਼ੇ ਵਿੱਚ ਚੂਰ ਹੋਏ ਨੇ ਵਹੁਟੀ ਦੇ ਅੰਦਰ ਵੜ ਕੇ ਤਲਵਾਰ ਧੂ ਲਈ। ਭਾਗਾ ਨੂੰ ਫਾਤਮਾ ਜਾਗਦੀ ਬੈਠੀ ਸੀ। ਪਤੀ ਦੇ ਹੱਥ ਤਲਵਾਰ ਦੇਖਦਿਆਂ ਸਾਰ ਉਸ ਦੀਆਂ ਡਾਢਾਂ ਨਿਕਲ ਗਈਆਂ। ਉਧਰੋਂ ਸਤਵੰਤ ਕੌਰ ਜਾਗ ਉੱਠੀ। ਉਸ ਜਰਵਾਣੇ ਨੂੰ ਤੀਵੀਂ ਪੁਰ ਤਲਵਾਰ ਚੁੱਕੇ ਹੋਏ ਵੇਖ ਕੇ ਸਿੱਖ ਕੰਨਿਆ ਨੂੰ ਧਰਮ ਦਾ ਰੌਹ ਉੰਬਲ ਪਿਆ। ਝਟਪਟ ਪਿੱਛੇ ਵਾਰ ਹੋ ਕੇ ਖਾਨ ਦੀ ਲੱਤ ਐਸੇ ਜ਼ੋਰ ਨਾਲ ਝਟਕੀ ਕਿ ਉਹ ਚੁਫਾਲ ਜਾ ਪਿਆ ਅਰ ਤਲਵਾਰ ਹੱਥੋਂ ਨਿਕਲ ਗਈ। ਕੰਨਿਆ ਨੇ ਡਿੱਗੇ ਪਏ ਨੂੰ ਹੁਣ ਐਸਾ ਦਬਾਇਆ ਕਿ ਉੱਠਣੇ ਜੋਗਾ ਨਾ ਰਹੇ। ਇਸ ਹਿੰਮਤ ਨੂੰ ਦੇਖ ਕੇ ਪਠਾਣੀ ਨੂੰ ਵੀ ਹੌਸਲਾ ਭਰ ਆਇਆ ਤੇ ਉਸਨੇ ਵੀ ਆ ਦਬਾਇਆ। ਦੋਹਾਂ ਨੇ ਰਲ ਕੇ ਉਸ ਦੀਆਂ ਮੁਸ਼ਕਾਂ ਕੱਸ ਲਈਆਂ। ਕੁਝ ਚਿਰ ਮਗਰੋਂ ਨਸ਼ੇ ਵਿੱਚ ਗੁੱਟ ਨਸ਼ੀ ਬੇਹੋਸ਼ ਹੋ ਗਿਆ ਅਰ ਘਰਾੜੇ ਮਾਰਦੇ ਦੀ ਰਾਤ ਬਤੀਤ ਹੋਣ ਲੱਗੀ। ਪਰ ਦਿਨ ਤੋਂ ਪਹਿਲੇ ਤਰੀਮਤਾ ਨੇ ਉਸ ਦੀਆਂ ਮੁਸ਼ਕਾਂ ਖੋਲ ਦਿੱਤੀਆਂ, ਜੋ ਸਵੇਰੇ ਮੁਸ਼ਕਾਂ ਤੱਕ ਕੇ ਰਾਤ ਦੀ ਗੱਲ ਉਸਨੂੰ ਚੇਤੇ ਨਾ ਆਵੇ। ਸੱਚਮੁੱਚ ਨਸ਼ੇ ਦੀ ਟੋਟ ਵਿੱਚ ਜਾਗੇ ਹੋਏ ਨੂੰ ਰਾਤ ਦੀ ਬੀਤੀ ਚੇਤੇ ਨਾ ਆਈ। ਆਪਣੀ ਟੋਟ ਦੀ ਧੁਨ ਵਿੱਚ ਹੋਰ ਪੀਤੀ ਅਰ ਬਾਗ ਨੂੰ ਚਲਿਆ ਗਿਆ। ਸਾਰਾ ਦਿਨ ਬਹਾਰਾਂ ਵਿੱਚ ਬੀਤਿਆ। ਰਾਤ ਨੂੰ ਫੇਰ ਘਰ ਆਇਆ। ਵਹੁਟੀ ਨੂੰ ਦੇਖ ਕੇ ਚੇਤਾ ਆਇਆ ਕਿ ਇਸੇ ਨੇ ਅਮੀਰ ਸਾਹਿਬ ਨੂੰ ਖਬਰ ਪਹੁੰਚਾਈ ਸੀ। ਫੇਰ ਵਾਰ ਕੀਤੋ ਸੂ, ਪਰ ਬਹਾਦਰ ਸਿੰਘਣੀ ਤੇ ਫਾਤਮਾ ਅੱਜ ਅੱਗੇ ਹੀ ਤਿਆਰ ਸਨ। ਹਿੰਮਤ ਤੇ ਹੌਸਲੇ ਨੇ ਮਦਦ ਦਿੱਤੀ। ਸਿੰਘ ਕੰਨਿਆ ਦੀ ਮਦਦ ਨੇ ਪਠਾਣੀ ਨੂੰ ਫਿਰ ਬਚਾ ਲਿਆ। ਤੀਸਰੇ ਦਿਨ ਆਪ ਘਰ ਹੀ ਨਾ ਵੜੇ ਤੇ ਕਈ ਦਿਨ ਨਾ ਵੜੇ। ਗੱਲ ਕੀ, ਵੈਲਦਾਰੀਆਂ ਵਿੱਚ ਰੁਪਈਆ ਆਪਣਾ ਤੇ ਸਰਕਾਰੀ ਸਾਰਾ ਬਰਬਾਦ ਹੁੰਦਾ ਗਿਆ। ਮਾਲਕ ਦੇ ਕਹਿਣ ਦਾ ਵੀ ਅਸਰ ਨਾ ਹੋਇਆ। ਸ਼ਰਾਬ ਕੋਈ ਐਸਾ ਵਿਕਾਰ ਨਹੀਂ ਕਿ ਲੱਗੇ ਤੇ ਫਿਰ ਛੇਤੀ ਛੁੱਟ ਜਾਏ। ਇਹ ਐਸੀ ਖਿੱਚ ਵਾਲੀ ਚੀਜ਼ ਹੈ ਕਿ ਇੱਕ ਵੇਰ ਮੂੰਹ ਨੂੰ ਲੱਗੀ ਹੋਈ ਮਗਰੋਂ ਨਹੀਂ ਲੈਂਦੀ। ਜੋ ਲੋਕ ਇਸ ਦੇ ਮੰਦਰਪੁਰ ਗਏ, ਜਾਨ ਮਾਲ ਇੱਜ਼ਤ ਧਰਮ ਲੋਕ ਪਰਲੋਕ ਸਭ ਕੁਛ ਮਣਸ ਕੇ ਵੀ ਨਹੀਂ ਮੁੜੇ। ਇਸੇ ਤਰ੍ਹਾਂ ਖਾਨ ਦਾ ਹਾਲ ਹੋਇਆ। ਜਦ ਤੱਕ ਰੁਪਈਆ ਖੁੱਲਾ ਰਿਹਾ ਨਿਭਦੀ ਗਈ, ਤਦ ਤੱਕ ਵਿਰੋਧੀ ਵੀ ਨਾ ਕੁਛ ਬੋਲ ਸਕੇ। ਪਰ ਜਦ ਹੁਣ ਆਪਣਾ ਰੁਪਈਆ ਮੁੱਕ ਕੇ ਸਰਕਾਰੀ ਰੁਪਏ ਨੂੰ ਹੱਥ ਪੈਣ ਲੱਗਾ, ਤਦ ਕੀ ਬਣੇ। ਹੌਲੀ ਹੌਲੀ ਸੱਜਣ ਵੈਰੀ ਬਣਨ ਲੱਗੇ ਅਰ ਵੈਰੀ ਬਦਲੇ ਲੈਣ ਦਾ ਸਮਾਂ ਸਮਝ ਕੇ ਵਾਰ ਕਰਨ ਲੱਗੇ। ਇੱਥੋਂ ਤੀਕ ਕਿ ਸਰਕਾਰੀ ਗਬਨ ਦਾ ਹਾਲ ਸਰਕਾਰੇ ਮਾਲੂਮ ਹੋ ਗਿਆ। ਖਾਨ ਸਾਹਿਬ ਫੜੇ ਗਏ ਅਰ ਹਵਾਲਾਤ ਪਹੁੰਚੇ। ਘਰ-ਬਾਰ ਜ਼ਬਤ ਹੋ ਗਏ ਤੇ ਫਾਤਮਾ ਨੂੰ ਘਰ ਮਿਲਿਆ ਰਿਹਾ ਤੇ ਗੁਜ਼ਾਰੇ ਵਾਸਤੇ ਕੁਝ ਰੁਪਈਆ ਮਿਲਦਾ ਰਿਹਾ। ਬਾਕੀ ਦਾ ਸਭ ਮਾਲ ਮਤਾ ਸਰਕਾਰੀ ਖਜ਼ਾਨੇ ਵਿੱਚ ਜਾ ਪਿਆ। ਇੱਕ ਖਾਸ ਹਾਕਮ ਪੜਤਾਲ ਕਰਨ ਲੱਗਾ। ਪੜਤਾਲ ਵਿੱਚ ਖੁਨਾਮੀਆਂ ਨਿਕਲੀਆਂ। ਉੱਤੋਂ ਵੈਰੀਆਂ ਦਾ ਪਾਣੀ ਚੜ੍ਹ ਗਿਆ ਅਰ ਖਾਨ ਸਾਹਿਬ ਨੂੰ ਨਿਮਕ ਹਰਾਮੀ ਵਿੱਚ ਕਤਲ ਕਰਨੇ ਦਾ ਹੁਕਮ ਹੋ ਗਿਆ। ਜਦ ਇਹ ਹੁਕਮ ਹੋਇਆ ਕਿ ਖਾਨ ਸਾਹਿਬ ਕਤਲ ਕੀਤੇ ਜਾਣ, ਤਦ ਫਾਤਮਾ ਦੇ ਤਾਂ ਸੁਣਦਿਆਂ ਹੀ ਹੱਥਾਂ ਦੇ ਤੋਤੇ ਉੱਡ ਗਏ। ਭਾਵੇਂ ਪਤੀ ਦੇ ਕੁਕਰਮਾਂ ਕਰਕੇ ਦੁਖਿਤ ਸੀ, ਪਰ ਉਸ ਦੀ ਮੌਤ ਦੀ ਇੱਛਾਵਾਨ ਉਹ ਕਦੇ ਵੀ ਨਹੀਂ ਸੀ। ਬੜੇ ਕਰੜੇ ਦਿਲ ਵਾਲੀ ਕੌਮ ਵਿੱਚੋਂ ਸੀ, ਪਰ ਆਪ ਨਰਮ ਦਿਲ ਵਾਲੀ ਸੀ ਤੇ ਸਤਵੰਤ ਕੌਰ ਦੀ ਸੰਗਤ ਨੇ ਸੋਹਣੀ ਰੰਗਤ ਚਾੜ ਦਿੱਤੀ ਸੀ ਤੇ ਇਹ ਮੱਤ ਸਿਖਾ ਦਿੱਤੀ ਸੀ, ਜੇ ਪਿਰ ਬਹੁ ਕਰ ਹੰਢਣਾ ਸਤ ਰੱਖੇ ਨਾਰੇ। ਸੋ ਵਿਚਾਰੀ ਸੁਣਦੇ ਸਾਰ ਸੋਚ ਸਮੁੰਦਰ ਵਿੱਚ ਗਰਕ ਹੋ ਗਈ। ਕੋਈ ਦਰਦੀ ਨਹੀਂ, ਕੋਈ ਸੱਜਣ ਨਹੀਂ, ਕਿਸ ਨੂੰ ਸੁਣਾਵੇ, ਕਿਸ ਦੀ ਸਹਾਇਤਾ ਲਵੇ। ਇੱਕ ਸਿੱਖ ਕੰਨਿਆ ਹੈ, ਸੋ ਪਰਦੇਸਨ ਅਰ ਗੁਲਾਮੀ ਦੀ ਦਸ਼ਾ ਵਿੱਚ। ਪਰ ਡੁੱਬਦੇ ਨੂੰ ਤੀਲੇ ਦਾ ਸਹਾਰਾ ਸੀ। ਇਸ ਨੂੰ ਆਪਣੀ ਸੱਜਣੀ ਤੇ ਦਰਦਨ ਜਾਣ ਕੇ ਦਿਲ ਦੀ ਵਿਥਿਆ ਕਹਿ ਸੁਣਾਉਂਦੀ ਅਰ ਰੋ ਰੋ ਕੇ ਪੁੱਛਦੀ ਕਿ ਦੱਸ ਸਹੀਏ, ਹੁਣ ਕੀ ਕਰਾਂ, ਜਦ ਕਿ ਮਾਲਕ ਦੇ ਸਿਰ ਦੀ ਖੈਰ ਨਹੀਂ। ਸਤਵੰਤ ਨੇ ਦਰਦ ਵੰਡਾਇਆ।
ਫਿਰ ਸੋਚ ਕੇ ਸਮਝਾਇਆ ਕਿ ਭਾਵੀ ਅਮਿੱਟ ਹੈ, ਜੋ ਹੋਣਹਾਰ ਹੈ ਸੋ ਹੋਵੇਗਾ, ਪਰ ਉਦਮ ਤੇ ਹੀਲਾ ਕਰਨਾ ਲੋੜੀਂਦਾ ਹੈ। ਵੱਡੀ ਰਾਣੀ ਤੱਕ ਆਪ ਦੀ ਪਹੁੰਚ ਹੈ, ਉਸ ਨੂੰ ਮਿਲੋ ਤੇ ਵੱਡੇ ਵਡੇਰਿਆਂ ਦਾ ਵਾਸਤਾ ਪਾਓ, ਭਲਾ ਜੇ ਉਸਦੇ ਮਨ ਮਿਹਰ ਪਵੇ ਤੇ ਅਮੀਰ ਨੂੰ ਕਹਿ ਕੇ ਬਖਸ਼ਾ ਦੇਵੇ। ਤੀਰ ਨਿਸ਼ਾਨੇ ਬੈਠੇ ਤੇ ਤੇਰੇ ਪਤੀ ਦੀ ਬੰਦ ਖਲਾਸ ਹੋ ਜਾਵੇ। ਫਾਤਮਾ ਨੂੰ ਇਹ ਸਿੱਖਿਆ ਪਸੰਦ ਆਈ ਔਰ ਬੇਗਮ ਨੂੰ ਮਿਲਣੇ ਦਾ ਉਪਰਾਲਾ ਕੀਤਾ। ਦੂਸਰੇ ਦਿਨ ਉਸਦੇ ਮਹਿਲੀਂ ਗਈ। ਉਸਨੇ ਆਦਰ ਦਿੱਤਾ ਔਰ ਪਾਸ ਬਿਠਾਇਆ ਤੇ ਪਿਆਰ ਨਾਲ ਉਸਦੇ ਦੁਖੀ ਹੋਣ ਦਾ ਕਾਰਨ ਪੁੱਛਿਆ। ਫਾਤਮਾ ਨੇ ਸਾਰਾ ਹਾਲ ਸੁਣਾ ਕੇ ਕਿਹਾ, ਵਾਸਤੇ ਖੁਦਾ ਰਸੂਲ ਦੇ ਅਮੀਰ ਸਾਹਿਬ ਪਾਸ ਸਿਫਾਰਿਸ਼ ਕਰੋ ਜੋ ਮੇਰੇ ਘਰ ਵਾਲੇ ਦੀ ਜਾਨ ਬਖਸ਼ੀ ਹੋਵੇ। ਬੇਗਮ ਦਾ ਦਿਲ ਭਰ ਆਇਆ ਔਰ ਉਸਨੇ ਦਿਲਾਸਾ ਦੇ ਕੇ ਕਿਹਾ ਕਿ ਫਾਤਮਾ, ਤੂੰ ਉਦਾਸ ਨਾ ਹੋ, ਮੈਂ ਸਿਰੋਂ ਪਰੇ ਇਸ ਗੱਲ ਦਾ ਯਤਨ ਕਰਾਂਗੀ ਕਿ ਤੇਰੇ ਪਤੀ ਦੀ ਬੰਦ ਖਲਾਸੀ ਹੋਵੇ। ਤੂੰ ਅੱਲਾ ਤੇ ਭਰੋਸਾ ਕਰ। ਫਾਤਮਾ ਘਰ ਆਈ, ਆਪਣੀ ਸਿੱਖ ਸਖੀ ਨੂੰ ਹਾਲ ਸੁਣਾਇਆ। ਜਾਂ ਰਾਤ ਹੋਈ ਤਦ ਨੀਂਦ ਕਿੱਥੇ। ਫਾਤਮਾ ਤਾਂ ਗਿਣਤੀਆਂ ਤੇ ਵਿਚਾਰਾਂ ਵਿੱਚ ਨੀਮ ਸ਼ੁਦੈਣ ਵਾਂਗ ਬੜਾਉਂਦੀ, ਜਾਗਦੀ, ਸੌਂਦੀ ਤੇ ਊਂਘਦੀ ਰਹੀ, ਪਰ ਸਤਵੰਤ ਕੌਰ ਸਾਰੀ ਰਾਤ ਸੋਚਾਂ ਦੇ ਘੋੜੇ ਐਸੇ ਦੌੜਾਉਂਦੀ ਰਹੀ ਕਿ ਜਿਸ ਤਰ੍ਹਾਂ ਕੋਈ ਭਾਰਾ ਦਾਨਾ ਮਨੁੱਖ ਔਖਿਆਈਆਂ ਵੇਲੇ ਸੋਚਾਂ ਲੋ ਸੋਚਦਾ ਹੈ। ਇਸਨੇ ਛੇਕੜੇ ਸਿੱਟਾ ਕੱਢ ਲਿਆ ਕਿ ਬੇਗਮ ਦੇ ਕਹੇ ਦਾ ਅਸਰ ਅਮੀਰ ਨੂੰ ਹੋਣਾ, ਸੋਟੇ ਨੂੰ ਸੋਣਾ ਹੈ। ਜੇ ਸੋਟੇ ਨੂੰ ਸੋਨਾ ਨਾ ਚੜੇ ਤਦ ਕੀ ਕੀਤਾ ਜਾਵੇ। ਇਹ ਵਿਚਾਰਦੀ ਕੰਨਿਆ ਐਸੀ ਡੂੰਘੀ ਸੋਚੀ ਉਤਰੀ ਕਿ ਅੰਦਰ ਆਸ਼ਾ ਤੇ ਨਿਰਾਸ਼ਤਾ ਦਾ ਘੋਲ ਹੋਣ ਲੱਗ ਪਿਆ। ਇਸ ਦੀ ਸੋਚ ਆਸ ਨੂੰ ਤਕੜਿਆਂ ਕਰਨ ਦੇ ਕਈ ਉਪਰਾਲੇ ਸੋਚੇ ਔਰ ਨਿਰਾਸ਼ਤਾ ਨੂੰ ਹਟਾਵੇ, ਪਰ ਅੰਤ ਨਿਰਾਸ਼ਤਾ ਮਰਦੀ ਨਾ ਦਿਸੇ। ਇਸੇ ਤਰ੍ਹਾਂ ਦੀਆਂ ਸੋਚਾਂ ਵਿੱਚ ਸਤਵੰਤ ਕੌਰ ਆ ਮੁਹਾਰੀ ਬੋਲ ਉੱਠੀ, ਹੇ ਨਿਰਾਸ਼ਤਾ, ਜੇ ਤੂੰ ਈਕਰ ਮਰਦੀ ਨਹੀਂ ਤਾਂ ਤੂੰ ਮੇਰੀ ਜਾਨ ਉੱਤੇ ਆਪਣੇ ਪੈਰ ਟਿਕਾ ਤੇ ਉਸਦੇ ਬਦਲੇ ਮੇਰੇ ਯਤਨ ਦੇ ਰਸਤੇ ਛੱਡ ਦੇ ਅਦਲਾ ਬਦਲੀ ਕਰ ਲੈ। ਇਹ ਕਹਿ ਕੇ ਹਟੀ ਤਾਂ ਇਸਦੇ ਉਪਰਾਲੇ ਦਾ ਰਸਤਾ ਸਾਫ਼ ਹੋ ਗਿਆ ਔਰ ਜੋ ਕੁਝ ਦਿਨੇ ਉੱਠ ਕੇ ਕਰਨਾ ਚਾਹੀਏ ਇਸ ਤਰ੍ਹਾਂ ਉਸਨੇ ਮਿੱਥ ਲਿਆ ਜੀਕਰ ਕੋਈ ਨਕਸ਼ਾ ਖਿੱਚ ਲਈਦਾ ਹੈ। ਸਵੇਰੇ ਉੱਠੀ ਔਰ ਸੁਆਣੀ ਪਾਸ ਗਈ, ਉਸਨੂੰ ਉਠਾਇਆ, ਕੱਪੜੇ ਪੁਆਏ, ਉਪਦੇਸ਼ ਦੇ ਕੇ ਧੀਰਜ ਬਣਵਾਇਆ ਔਰ ਇਹ ਅਕਲ ਦੇ ਕੇ ਬੇਗਮ ਵੱਲ ਘੱਲਿਆ ਕਿ ਜੇਕਰ ਤੇਰੇ ਮਾਲਕ ਦੀ ਜਾਨ ਬਖਸ਼ੀ ਨਾ ਹੋਵੇ ਤਦ ਬੇਗਮ ਨੂੰ ਕਹੀਂ ਕਿ ਇਤਨੀ ਆਗਿਆ ਤਾਂ ਤੈਨੂੰ ਲੈ ਦੇਵੇ ਕਿ ਇੱਕ ਵਾਰੀ ਤੂੰ ਪਤੀ ਨੂੰ ਉਸਦੇ ਮਰਨ ਤੋਂ ਪਹਿਲੇ ਮਿਲ ਸਕੇ। ਇਹ ਗੱਲ ਬੇਗਮ ਨੂੰ ਜਿਵੇਂ ਬਣ ਪਵੇ ਤਿਵੇਂ ਮਨਾਵੀਂ। ਮੈਨੂੰ ਪੱਕਾ ਨਿਸ਼ਚਾ ਹੈ ਕਿ ਅਮੀਰ ਸਾਹਿਬ ਇਸ ਗੱਲ ਨੂੰ ਜ਼ਰੂਰ ਮੰਨ ਲੈਣਗੇ। ਟੁੱਟੇ ਦਿਲ ਪਰ ਔੜ ਮਾਰੀ ਪਰਜਾ ਦੀ ਉਸ ਦਸ਼ਾ ਵਾਂਗ ਜੋ ਬਰਸਾਤ ਦੇ ਅੰਤ ਤੱਕ ਆਸ ਬੰਨੀ ਰੱਖਦੀ ਹੈ ਕਿ ਖਬਰੇ ਹੁਣ ਵੀ ਮੀਂਹ ਪੈ ਜਾਏ। ਫਾਤਮਾ ਦਿਲ ਨੂੰ ਦਿਲਬਰੀਆਂ ਦਿੰਦੀ ਡੋਲੀ ਵਿੱਚ ਬੈਠ ਕੇ ਤੁਰੀ ਔਰ ਅਮੀਰ ਦੇ ਘਰ ਪਹੁੰਚੀ। ਅੱਗੋਂ ਬੇਗਮ ਨੇ ਆਦਰ ਨਾਲ ਬਿਠਾਇਆ, ਸੁੱਖ ਪੁੱਛੀ। ਫਾਤਮਾ ਨੇ ਅਦਬ ਨਾਲ ਉੱਤਰ ਦਿੱਤੇ, ਪਰ ਜਦ ਮਤਲਬ ਦੀ ਗੱਲ ਛਿੜੀ ਤਦ ਬੇਗਮ ਨੇ ਸਿਰ ਫੇਰ ਕੇ ਕਿਹਾ, ਬੀਬੀਏ, ਇੰਨਾ ਜ਼ੋਰ ਮੇਰੇ ਵਿੱਚ ਸੀ ਮੈਂ ਲਾ ਥੱਕੀ। ਬੀਬੀਏ, ਜਿੰਨਾ ਜ਼ੋਰ ਮੇਰੇ ਵਿੱਚ ਸੀ ਮੈਂ ਲਾ ਥੱਕੀ ਹਾਂ, ਪਰ ਅਮੀਰ ਸਾਹਿਬ ਇੱਕ ਨਹੀਂ ਮੰਨਦੇ। ਕਹਿੰਦੇ ਹਨ ਕਿ ਤੇਰੇ ਪਤੀ ਦਾ ਕਤਲ ਹੋਣਾ ਜ਼ਰੂਰੀ ਹੈ, ਇਸ ਲਈ ਕੁਝ ਪੇਸ਼ ਨਹੀਂ ਜਾਂਦੀ। ਫਾਤਮਾ ਸੁੰਦੀ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਥੋੜੀ ਬਹੁਤ ਆਸਾ ਜੇ ਕੁਝ ਸੀ ਸਭ ਟੁੱਟ ਗਈ, ਪਰ ਡੋਬ ਪੈਣ ਲੱਗਾ ਸੀ ਕਿ ਫਿਰ ਸਮਾਂ ਵਿਚਾਰ ਕੇ ਫਾਤਮਾ ਸੰਭਲੀ ਤੇ ਦੂਸਰੀ ਬੇਨਤੀ ਕੀਤੀ। ਉਹ ਬੇਗਮ ਨੇ ਕਿਹਾ ਕਿ ਇਹ ਮੈਂ ਜ਼ਰੂਰ ਮਨਾ ਲਵਾਂਗੀ। ਤਸੱਲੀ ਲੈ ਕੇ ਅਰ ਬੇਗਮ ਤੋਂ ਵਿਦਾ ਹੋ ਕੇ ਫਾਤਮਾ ਘਰ ਆਈ ਅਰ ਸਤਵੰਤ ਕੌਰ ਨੂੰ ਹਾਲ ਸੁਣਾਇਆ। ਉਸ ਬੀਰ ਕੁੜੀ ਦੇ ਚਿਹਰੇ ਦਾ ਰੰਗ ਨਾ ਵਟੀਚਿਆ, ਉਹੋ ਜਿਹੀ ਸੀ ਉਹੋ ਜਿਹੀ ਰਹੀ। ਬੜੇ ਪੱਕੇ ਜਿਗਰੇ ਨਾਲ ਪੁੱਛਣ ਲੱਗੀ ਕਿ ਤੁਸਾਂ ਦੂਸਰੀ ਬੇਨਤੀ ਕੀਤੀ ਸੀ। ਫਾਤਮਾ ਬੋਲੀ, ਹਾਂ। ਬੇਗਮ ਨੇ ਕਿਹਾ ਸੀ ਕਿ ਇਹ ਗੱਲ ਮੈਂ ਜ਼ਰੂਰ ਮਨਾ ਲਵਾਂਗੀ, ਪਰ ਅੱਜ ਦੁਪਹਿਰੇ ਹੀ ਤੈਨੂੰ ਖਬਰ ਦੱਸ ਭੇਜਾਂਗੇ, ਕਿਉਂਕਿ ਅਮੀਰ ਨੇ ਹੁਣ ਮਹਿਲਾਂ ਵਿੱਚ ਆਉਣਾ ਹੈ। ਇਹ ਸੁਣ ਕੇ ਸਤਵੰਤ ਕੌਰ ਦੂਸਰੇ ਕਮਰੇ ਵਿੱਚ ਜਾ ਕੇ ਪਾਠ ਕਰਨ ਲੱਗੀ ਅਰ ਕਰਦੀ ਕਰਦੀ ਕਿੰਨਾ ਚਿਰ ਲੱਗੀ ਰਹੀ। ਜਦ 2 ਵਜੇ ਤਾਂ ਵੇਲਾ ਹੋ ਗਿਆ ਤਦ ਫਾਤਮਾ ਨੇ ਆ ਬੁਲਾਇਆ ਅਰ ਦੱਸਿਆ ਕਿ ਅਮੀਰ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਹੈ, ਪਰ ਇਕੱਲੀ ਵਾਸਤੇ ਅਰ ਇਹ ਵੀ ਕਹਿ ਭੇਜਿਆ ਹੈ ਕਿ ਕੱਲ ਹੀ ਮਿਲ ਲਓ ਕਿਉਂਕਿ ਪਰਸੋਂ ਉਸਨੇ ਮਾਰੇ ਜਾਣਾ ਹੈ। ਇਹ ਗੱਲ ਵੀ ਬੇਗਮ ਨੇ ਦੱਸ ਭੇਜੀ ਹੈ ਕਿ ਕੈਦਖਾਨੇ ਦੇ ਅਫਸਰ ਨੂੰ ਹੁਕਮ ਹੈ
ਜਿਸ ਵੇਲੇ ਮੈਂ ਚਾਹਾਂ ਚਲੀ ਜਾਵਾਂ। ਸਤਵੰਤ ਕੌਰ ਬੋਲੀ, ਬੀਬੀ ਬਹੁਤ ਭਲਾ ਹੋਇਆ, ਹੁਣ ਅਕਾਲ ਪੁਰਖ ਭਲੀ ਕਰੇਗਾ। ਫਾਤਮਾ, ਪਿਆਰੀ, ਕੀ ਭਲੀ ਕਰੇਗਾ? ਹੁਣ ਤਾਂ ਸਭ ਇਲਾਜ ਦੂਰ ਹੋ ਚੁੱਕੇ, ਹੁਣ ਕੀ ਹੋਵੇਗਾ? ਸਤਵੰਤ ਕੌਰ, ਬੀਬੀ ਤੂੰ ਕੁਛ ਨਾ ਕਰ। ਮੈਂ ਭਾਵੇਂ ਅਯੋਗ ਢੰਗ ਨਾਲ ਕੈਦ ਪਈ ਹਾਂ, ਭਾਵੇਂ ਮੈਂ ਛਲ ਨਾਲ ਫਾਹੀ ਗਈ ਹਾਂ, ਪਰ ਮੈਂ ਸਿੰਘ ਹਾਂ ਅਰ ਮੈਂ ਤੁਹਾਡਾ ਨਿਮਕ ਖਾਧਾ ਹੈ ਅਤੇ ਤੁਸੀਂ ਮੇਰੀ ਬਿਪਤਾ ਵਿੱਚ ਮੇਰੇ ਨਾਲ ਪਿਆਰ ਕੀਤਾ ਹੈ। ਇਸ ਲਈ ਮੈਂ ਆਪ ਦੀ ਸੇਵਾ ਵਿੱਚ ਜਿੰਦ ਵਾਰਨੋਂ ਵੀ ਫਰਕ ਨਹੀਂ ਕਰਾਂਗੀ। ਤੁਸੀਂ ਪੁੱਛੋ ਕੁਛ ਨਾ, ਜੋ ਕਹਾਂ ਕਰੀ ਚੱਲੋ। ਡੋਲੇ ਦਾ ਬੰਦੋਬਸਤ ਕਰੋ ਕਿ ਜਿਸ ਵਿੱਚ ਬੈਠ ਕੇ ਪਰਦੇ ਨਾਲ ਅੰਦਰ ਪਹੁੰਚ ਹੋਵੇ। ਗੱਲ ਕੀ ਇਸ ਪ੍ਰਕਾਰ ਦੀਆਂ ਗੱਲਾਂ ਹੋ ਬੀਤੀਆਂ। ਦੂਜੇ ਦਿਨ ਸਵੇਰ ਸਾਰ ਕੈਦਖਾਨੇ ਡੋਲਾ ਪਹੁੰਚਾ। ਅੰਦਰ ਕੈਦੀ ਦੀ ਕੋਠੀ ਵਿੱਚ ਉਤਾਰਿਆ ਗਿਆ। ਚੁੱਕਣ ਵਾਲੇ ਅਰ ਸਿਪਾਹੀ ਸਭ ਬਾਹਰ ਹੋਏ। ਕੈਦੀ ਨੂੰ ਵੀ ਖਬਰ ਸੀ ਕਿ ਮੇਰੀ ਉਹ ਵਹੁਟੀ ਜਿਸ ਨੂੰ ਮੈਂ ਸਦਾ ਦੁੱਖ ਹੀ ਦਿੱਤੇ ਹਨ, ਮੇਰੀ ਮੁੱਖ ਯਾਤਰਾ ਕਰਨੇ ਨੂੰ ਆਈ ਹੈ। ਇਸ ਵੇਲੇ ਸ਼ਰਾਬ ਅਰ ਪਦਾਰਥਾਂ ਦਾ ਨਸ਼ਾ ਉੱਡ ਚੁੱਕਿਆ ਹੋਇਆ ਸੀ। ਖਾਨ ਬਹਾਦਰ ਸੁੱਕ ਕੇ ਤੀਲਾ ਹੋ ਰਿਹਾ ਸੀ। ਅੱਖਾਂ ਟੋਏ ਲੈ ਚੁੱਕੀਆਂ ਸਨ। ਹੁਣ ਤਾਂ ਉਸਨੂੰ ਇਹ ਵੀ ਸਮਝ ਪੈ ਚੁੱਕੀ ਹੋਈ ਸੀ ਕਿ ਮੈਂ ਭਾਰਾ ਪਾਪੀ ਹਾਂ ਅਰ ਮੇਰੇ ਕਰਮਾਂ ਦਾ ਫਲ ਦੇਣੇ ਲਈ ਮੇਰੇ ਸਿਰ ਤੇ ਤਲਵਾਰ ਚਮਕ ਰਹੀ ਹੈ। ਧੰਨਵਾਦ।